पार ब्रह्म परमेश्वर अनूप सफल मूरत गुर तिसका रूप। प्रगट जोत जगमगै तेज भूमंडल छायो। पारस परस 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 गुर गुरु कहायो। पन मथुरा मूरत सदा थिर लाए चित सन्मुख रहो। कल जुग जहाज अर्जन गुरु सगल श्रेष्ठ लागो बित रहो। श्री सतगुर अर्जन कुल चंद चंदन सम बच सीत मुकंद। कंद आनंद विमोह निकंद। कंदल सुखद तिन्हू पद बंद। चवर छतर तखत दे मालक साहिब श्री गुरु ग्रंथ साहिब सच्चे पातशाह जी की पाक हजूरी विच सुभाएमान साध संगत जी फतेह प्रवान करो। वाहिगुरू जी का खालसा वाहिगुरू जी की फतेह। धन धन श्री गुरु हरकृष्ण साहिब सच्चे पातशाह जी के पवित्र अस्थान गुरुद्वारा श्री बंगला साहिब विखे आप सरबत संगतां हाजरीन हो। साहिब सच्चे पातशाह धन धन श्री गुरु अर्जन देव महाराज जी दे अज पाक आगाज दिवस के उत्ते आप सरबत संगतां इत्थे शिरकत कर रहे हो और श्री गुरु ग्रंथ साहिब सच्चे पातशाह जी की ये पवित्र बाणी फुनहे गुरु अर्जन साहिब सच्चे महाराज जी ने उचारी हुई है, जिस दी विचार इत्थे चल रही है। बड़ी सहजता दे नाल प्रेम दे नाल सिंह साहिब ज्ञानी रणजीत सिंह हुणा ने वो पाक बाणी दे जिहड़े बोल ने गुरां दे जिहड़े अल्फाज ने छंद ने बंद ने तुहानूं सरवण करवाए ने। अकाल पुरख ने लोकाई दे भले हित 10 सरगुण स्वरूप धारने कीते। जोत रूप हर आप गुरु नानक कहायो, तांते अंगद भयो तत् स्यों तत् मिलायो। गुरु नानक साहिब तो लैके गुरु गोबिंद सिंह साहिब सच्चे पातशाह तक और इन्हां दे विचों जो 5वां जामा है अकाल पुरख दे 5वें सरगुण स्वरूप, ऐसे अगमी बरकतां दे मालक ने उस मरातबे नूं गुरु ग्रंथ साहिब ने इउं दर्शाया है। समुंद विरोल शरीर हम देखिया,
ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਅਕਾਲ ਪੁਰਖ ਅਤੇ ਗੁਰੂ ਅਰਜਨ ਸਾਹਿਬ ਵਿੱਚ ਕੋਈ ਫਰਕ ਨਹੀਂ ਹੈ। ਸਤਿਗੁਰ ਵਿੱਚ ਆਪ ਰਖਿਓਨ, ਕਰ ਪ੍ਰਗਟ ਆਖ ਸੁਣਾਇਆ। ਅਕਾਲ ਪੁਰਖ ਆਪ ਹੀ ਗੁਰਾਂ ਵਿੱਚ ਆਪਣੀ ਅਜ਼ਮਤ ਰੱਖ ਕੇ ਦੁਨੀਆ ਤੇ ਉਹਨਾਂ ਨੂੰ ਪ੍ਰਗਟ ਕਰਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਨੇ ਫਾਰਸੀ ਦੇ ਵਿੱਚ ਇੱਕ ਬਚਨ ਕਿਹਾ ਗੁਰੂ ਅਰਜਨ ਸਾਹਿਬ ਲਈ। ਕਹਿੰਦੇ ਸਲਤਨਤ ਪੰਜਮਸ਼ ਹੁਲੀਆ ਆਰਾਏ ਸ਼ਵਾਰਿਕੇ, ਆ ਹਰ ਚਹਾਰ ਮਸ਼ਲੇ ਹੱਕ ਅਨਵਾਰ। ਉਹ ਕਹਿੰਦੇ ਆ ਗੁਰੂ ਅਰਜਨ ਸਾਹਿਬ, ਤੁਹਾਡੀ ਜਿਹੜੀ ਸਲਤਨਤ ਹੈ, ਤੁਹਾਡੀ ਜਿਹੜੀ ਪਾਤਸ਼ਾਹੀ ਹੈ, ਉਹ ਕਿਨਵੀਂ ਹੈ? ਪੰਜਮਸ਼, ਅਸ਼ ਦਾ ਭਾਵ ਹੈ ਉਸ ਦੀ, ਪੰਜਮ ਦਾ ਭਾਵ ਹੈ ਪੰਜਵੀਂ। ਗੁਰੂ ਨਾਨਕ ਦੀ, ਅਕਾਲ ਪੁਰਖ ਦੀ ਇਹ ਪੰਜਵੀਂ ਪਾਤਸ਼ਾਹੀ ਹੈ। ਹੁਲੀਆ ਦਾ ਮਤਲਬ ਹੁੰਦਾ ਹੈ ਜਿਹੜਾ ਸਰੂਪ ਹੈ, ਬੜਾ ਸੁੰਦਰ ਸਰੂਪ ਹੈ ਪਾਤਸ਼ਾਹ ਦਾ। ਇੰਨਾ ਸੁੰਦਰ ਹੈ ਜਿੱਥੇ ਬੈਠਦੇ ਨੇ ਸਾਰੀ ਸਭਾ ਹੀ ਰੌਸ਼ਨੀ ਨਾਲ, ਪ੍ਰਕਾਸ਼ ਨਾਲ ਭਰ ਜਾਂਦੀ ਸੀ। ਐਡਾ ਸੁੰਦਰ ਸਰੂਪ ਹੈ ਮਹਾਰਾਜ ਦਾ। ਔਰ ਉਹ ਜਿਹੜਾ ਹੱਕ ਹੈ, ਉਹ ਜਿਹੜਾ ਰੱਬ ਹੈ, ਅਕਾਲ ਪੁਰਖ ਹੈ, ਉਹਦਾ ਪੰਜਵਾਂ ਚੋਲਾ ਨੇ ਪਾਤਸ਼ਾਹ। ਜਿਹੜੀਆਂ 10 ਮਸ਼ਾਲਾਂ ਨੇ ਨਾ ਅਕਾਲ ਪੁਰਖ ਤੋਂ ਰੌਸ਼ਨੀ ਦੀਆਂ ਪ੍ਰਗਟ ਹੋਈਆਂ, ਉਹਨਾਂ ਚੋਂ ਪੰਜਵੀਂ ਮਸ਼ਾਲ ਗੁਰੂ ਅਰਜਨ ਸਾਹਿਬ ਨੇ। ਸੋ ਐਸੇ ਮੇਰੇ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਭੱਟਾਂ ਕਿਹਾ ਹੈ, ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਇਜ਼ ਦਾ ਟਰਾਂਸੈਂਡੈਂਟ ਲਾਰਡ, ਖੁਦਾ ਦਾ ਰੂਪ ਨੇ। ਗੁਰੂ ਅਰਜਨ ਰੱਬ ਵਰਗੇ ਨਹੀਂ, ਗੁਰੂ ਅਰਜਨ ਰੱਬ ਨੇ, ਅਕਾਲ ਪੁਰਖ ਨੇ। ਰੱਬ ਵਰਗਾ ਤੇ ਕਹਿ ਹੀ ਦਈਦਾ ਨਾ, ਸੱਚ ਬੋਲਦਾ ਹੈ ਕੋਈ, ਆ ਜੀ ਸੰਤ ਰੱਬ ਵਰਗੇ ਨੇ। ਸੰਤੋਖੀ ਹੈ ਕੋਈ, ਇਹ ਗੁਰਮੁਖ ਰੱਬ ਵਰਗਾ। ਰੱਬ ਵਰਗੇ ਬੜੇ ਮਿਲ ਜਾਂਦੇ ਨੇ, ਰੱਬ ਇੱਕ ਹੀ ਹੈ। ਉਹ ਹੈ ਗੁਰੂ ਅਰਜਨ ਸਾਹਿਬ ਸੱਚਾ ਪਾਤਸ਼ਾਹ, ਉਹ ਹੈ ਅਕਾਲ ਪੁਰਖ। ਸੋ ਐਸੇ ਦੀਨ ਦੁਨੀਆ ਦੇ ਮਾਲਕ, ਸ਼ਹਾਦਤ ਦੀ ਅਵਧੀ ਨੂੰ ਹੋਰ ਉੱਚਿਆਂ ਚੁੱਕਣ ਵਾਲੇ, ਸ਼ਹਾਦਤ ਦੀ ਅਵਧੀ ਨੂੰ ਮੰਨਣ ਵਾਲੇ, ਸ਼ਹੀਦਾਂ ਦੇ ਸਰਤਾਜ, ਜਿਨ੍ਹਾਂ ਦਾ ਆਗਾਜ਼ 1620 ਬਿਕਰਮੀ ਸੰਮਤ ਵੈਸਾਖ ਵਦੀ ਸਪਤਮੀ ਨੂੰ ਹੋਇਆ, ਅੱਜ ਦੇ ਦਿਨ ਹੋਇਆ। ਔਰ ਉਹ ਬਾਪੂ ਗੁਰੂ ਰਾਮਦਾਸ ਦੇ ਗ੍ਰਹਿ ਵਿਖੇ ਪ੍ਰਗਟ ਹੋਏ, ਜਿਨ੍ਹਾਂ ਬਾਰੇ ਬਾਣੀ ਕਹਿੰਦੀ ਹੈ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਅਕਾਲ ਪੁਰਖ ਦੇ ਚੌਥੇ ਜਾਮੇ ਦੇ ਘਰ ਪੰਜਵਾਂ ਜਾਮਾ ਪ੍ਰਗਟ ਹੋਇਆ। ਧੰਨ ਮਾਤਾ ਭਾਨੀ, ਜਿਨ੍ਹਾਂ ਦੀ ਪਾਕ ਕੁੱਖ ਚੋਂ ਮਹਾਰਾਜ ਦਾ ਆਗਾਜ਼ ਹੋਇਆ, ਜਿਨ੍ਹਾਂ ਦੇ ਹਿਰਦੇ ਚੋਂ ਉਹ ਪ੍ਰਕਾਸ਼ਵਾਨ ਹੋਏ। ਸੋਢੀ ਅੰਸ਼ ਹੈ ਔਰ ਗੋਇੰਦਵਾਲ ਸਾਹਿਬ ਮਹਾਰਾਜ ਪ੍ਰਗਟ ਹੋਏ ਸਨ। ਸੋ ਗੁਰੂ ਮਹਾਰਾਜ ਦੀ ਇਹ ਪਵਿੱਤਰ ਬਾਣੀ ਹੈ। ਆਓ ਇਸ ਪਾਕ ਬਾਣੀ ਦੇ ਨਾਲ ਜੁੜ ਕੇ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਪਨੈ ਊਪੀ ਭਈ ਗਇਓ ਕੀਨਾ ਅੰਚਲਾ, ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ। ਇਸ ਬਾਣੀ ਦਾ ਨਾਮ ਫੁਨ ਹੈ। ਮਹਾਰਾਜ ਇਸ ਬਾਣੀ ਦੇ ਵਿੱਚ ਇਹਨਾਂ ਬੰਦਾਂ ਦੇ ਵਿੱਚ ਉਸ ਅਕਾਲ ਪੁਰਖ ਦੀ ਪ੍ਰਾਪਤੀ ਦੇ ਬਾਬਤ ਦੱਸਦੇ ਨੇ। ਔਰ ਜੋ ਜਗਿਆਸੂ ਇਸ ਰਸਤੇ ਤੇ ਚੱਲਿਆ ਹੈ ਉਸ ਅਕਾਲ ਪੁਰਖ ਦੀ ਪ੍ਰਾਪਤੀ ਕਰਨ ਦੇ ਲਈ, ਉਹਦੀ ਦਸ਼ਾ ਬਾਬਤ ਵੀ ਸਾਨੂੰ ਸਮਝਾਉਂਦੇ ਨੇ। ਇਹ ਜਿਹੜਾ ਫੁਨਹਾ ਲਫ਼ਜ਼ ਹੈ ਨਾ,
इस छंद नूं पुनहा भी कह दिता जाता है, हरिहां भी कहिंदे ने, चंद्रायण भी कहिंदे ने, परेहां भी कहिंदे ने। छंद दे बड़े नाम ने, फुनहा भी कह दिंदे ने। कवि जन जानते ने इहदा लक्षण है भी 4 चरण ने, प्रति चरण 21 मात्रा ने। पहला विश्राम 11 पुर है, फिर जगन्नाथ है, दूजा 10 पुर है, फिर रघुनाथ है। ये पिंगल वाले जानते ने। महाराज इन्हां छंदां दे विच हुक्म करते ने, देखो जिहड़ा जगयासू है ना, वो सारी दिहाड़ी अकाल पुरख नूं याद करता है। हुण जिसनूं याद करिए वो सुपना बन के उस अवस्था दे विच सानूं नज़री आ जाता है जदों असीं सौंदे हैं। जिहड़ा बंदा लोभी है, पैसा पैसा करी जाता, उन्होंने सुपना भी नोटां दा आवेगा। कामी नूं इस्त्रियां दे सुपने आउणगे, साधा नूं रब दी याद आउंदी है, सुपने आउंदे ने। सो महाराज पातशाह कहंदे एक जगयासू पुरुष नूं अकाल पुरख दा सुपना आउंदा है। सुपना ऊपी भई। हुण जिहड़ा ऊबी लफ्ज़ है इहदे कई अर्थ ने। ऊबी दा मतलब है खड़े हो जाना, ऊबी दा मतलब है द्वैत, दो हो जाना। इत्थे कहंदे ने सुपना आया ते सुपने दे विच की होया, मैं ऊबी हो गई, एक तो दवै हो गई। भाव मैनू अपने तो लहदा एक अकाल पुरख नज़री आया, पति परमेश्वर मैनू नज़री आया है। जां इउं समझ लो ऊबी इन्नी उच्ची अवस्था हो गई भी उहदे झलकारे दिखण लग पए अकाल पुरख दे। सिमरन करदियां करदियां उहनूं याद करदे सी, हिरदे च चमत्कार होया, उहदी एक झलक दिखी है। हुण जदों उहदी सानूं झलक दिखी, एक जगयासू दूसरे नाल गल्लां कर रहा है, तो दूसरे ने अगों पुछया है, गहियो की ना अंचला, फिर तू उसका पल्ला क्यों ना फड़िया, फिर तू उसकी प्राप्ति क्यों ना कीती। जे वो नज़री आ ही गया सी, उहदे दिदारे तैनूं हो ही गए सी, फिर प्राप्ति क्यों ना कर सके। देखो इनू चाहे सुपने च दर्शन समझ लो, चाहे सविकल्प समाधि समझ लो। सविकल्प समाधि का मतलब हुंदा जिथे कल्पना आवे, जिथे मन दे फुरने होण। एक हुंदी है निर्विकल्प समाधि। निर्विकल्प समाधि का मतलब हुंदा है जिथे अकाल पुरख नाल एकमिक हो जाइए, दूजा रवे ही ना। हुण वो जगयासू दूसरे जगयासू नूं ये दस रहा है भी मैनू सुपने विच जां सविकल्प समाधि दे विच उहदे दिदारे होए। वो दूसरा सतपुरुष नूं कहिंदा है भी तू पल्ला क्यों ना फड़िया, भाव निर्विकल्प समाधि विच क्यों ना चलिया गया, एकमिक क्यों ना हो गया परमात्मा नाल। की कारण है, तू दी प्राप्ति क्यों ना कर सकिया, हथ क्यों ना आया तेरे। हो समाधि का भाव तुसीं समझदे ही हो ना, चित्त दीआं बिरतियां नूं रोक के संसार वालों निरंकार विच जुड़ जाना। जिवें बाणीए दा चित्त पैसे नाल जुड़िया है, माँ का बच्चे नाल जुड़िया है, राजे का तख्त नाल जुड़िया, इउं साधुआं दा अकाल पुरख नाल चित्त जुड़िया हुंदा है। अकाल पुरख विच ध्यान नूं जोड़ लेना। जिवें बाणी चाहुंदा ना, अन दिन सहज समाध हर लागी, हर जपिया गहर गंभीरा। दिन रात अकाल पुरख की याद विच समाधि लगी रहिंदी है। प्रभ स्यों लागी सहज समाध, जन्म मरण सब मिटी उपाद। ते जिन्हां दी समाधि लग जाती है ना, कहंदे जम्मण ते मरण मिट जाता है, वो निजात हासिल कर लैंदे ने। उन्हां दे जीवन च दुख रोग सोग नहीं रहिंदा। सो समाधि का जिहड़ा पक्ष है
ਸਾਰੇ ਹੀ ਚਾਹੁੰਦੇ ਨੇ ਲੱਗੇ, ਪਰ ਦੁਨਿਆਵੀ ਪਦਾਰਥਾਂ 'ਚ ਤੇ ਲੱਗ ਜਾਂਦੀ ਹੈ, ਅਕਾਲ ਪੁਰਖ ਦੇ ਨਾਮ ਵਿੱਚ ਇਹ ਸਮਾਧੀ ਨਹੀਂ ਲੱਗਦੀ। ਕਹਿੰਦੇ ਜਿਨ੍ਹਾਂ ਦੀ ਸਮਾਧੀ ਲੱਗੀ ਹੈ ਨਾ, ਹਉਮੈ ਰੋਗ ਗਿਆ ਦੁਖ ਲਾਥਾ, ਹਰ ਸਹਿਜ ਸਮਾਧ ਲਗਾਈ, ਜਪ ਹਰ ਹਰ ਨਾਮ ਕਮਲ ਪ੍ਰਗਾਸੇ, ਹਰ ਨਾਮ ਨਵੰ ਨਿਧ ਪਾਈ। ਕਹਿੰਦੇ ਉਹਨਾਂ ਦੇ ਦੁੱਖ ਮਿਟ ਗਏ, ਨਿਧੀਆਂ ਹਾਸਲ ਹੋ ਗਈਆਂ, ਖਜ਼ਾਨੇ ਹਾਸਲ ਹੋ ਗਏ, ਜੰਮਣ ਮਰਨ ਉਹਨਾਂ ਦਾ ਮਿਟ ਗਿਆ। ਖੈਰ ਹੁਣ ਉਹ ਅੱਗੇ ਜਵਾਬ ਇੱਕ ਜਗਿਆਸੂ ਦੂਸਰੇ ਨੂੰ ਦਿੰਦਾ ਹੈ ਵੀ ਕੀ ਕਾਰਨ ਬਣਿਆ, ਮੇਰੇ ਹੱਥ ਕਿਉਂ ਨਾ ਆਇਆ ਪਰਮਾਤਮਾ। ਗੁਰੂ ਅਰਜਨ ਸਾਹਿਬ ਉਸ ਬਾਤਚੀਤ ਨੂੰ ਸਾਡੇ ਸਨਮੁਖ ਰੱਖਦੇ ਨੇ ਜੋ ਜਗਿਆਸੂਆਂ ਵਿੱਚ ਚੱਲਦੀ ਹੈ। ਆਖਣ ਲੱਗੇ, ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ। ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਪੱਲਾ ਇਸ ਕਾਰਨ ਨਾ ਫੜਿਆ ਗਿਆ, ਹੱਥ ਉਹ ਇਸ ਕਰਕੇ ਨਾ ਆਇਆ, ਸਾ ਵਿਕਲਪ ਸਮਾਧੀ ਤੋਂ ਨਿਰਵਿਕਲਪ ਸਮਾਧੀ ਵਿੱਚ ਅਭੇਦਤਾ ਇਸ ਲਈ ਹਾਸਲ ਨਾ ਹੋਈ, ਦਵੈਸ਼ ਤੋਂ ਇਕਮਿਕ ਅਕਾਲ ਪੁਰਖ ਨਾਲ ਇਸ ਕਰਕੇ ਨਾ ਹੋਇਆ ਗਿਆ। ਉਹ ਸੋਹਣਾ ਬੜਾ ਸੀ ਅਕਾਲ ਪੁਰਖ, ਉਹ ਸੁੰਦਰ ਬੜਾ ਸੀ, ਉਹ ਨੂਰਾਨੀ ਬੜਾ ਸੀ, ਇੰਨਾ ਉਹ ਸੁੰਦਰ ਸੀ, ਇੰਨਾ ਉਹ ਫੱਬਿਆ ਹੋਇਆ ਸੀ, ਐਸਾ ਉਹਦਾ ਪ੍ਰਕਾਸ਼ ਸੀ। ਪੁਰਖ ਤੋਂ ਭਾਵ ਹੈ ਜੋ ਸਾਰੇ ਪ੍ਰਕਾਸ਼ਵਾਨ ਹੈ, ਹਰ ਜ਼ਰੇ ਵਿੱਚ ਵਿਆਪਕ ਹੈ। ਪੁਰਖ ਵੈਸੇ ਆਤਮਾ ਨੂੰ ਵੀ ਕਹਿ ਦਿੰਦੇ ਨੇ, ਉਹ ਸਾਡਾ ਆਤਮਾ ਸਰੂਪ ਵੀ ਹੈ, ਜੀਵ ਆਤਮਾ ਵੀ ਹੈ। ਪੁਰਖ ਆਦਮੀ ਨੂੰ, ਨਰ ਨੂੰ ਵੀ ਕਹਿ ਦਿੰਦੇ ਨੇ। ਖੈਰ ਜੋ ਪੁਰਸ਼ਾਰਥ ਵਾਲਾ ਹੈ, ਸਭ ਤੋਂ ਤਾਕਤਵਰ ਹੈ ਅਕਾਲ ਪੁਰਖ। ਸੁੰਦਰ ਬੜਾ ਹੈ, ਸੂਰਤ ਮੂਰਤ ਆਦ ਅਨੂਪ, ਇੰਨਾ ਸੋਹਣਾ ਹੈ, ਅਨੂਪ, ਉਹਦੀ ਉਪਮਾ ਨਹੀਂ ਕੀਤੀ ਜਾ ਸਕਦੀ। ਇੱਦਾਂ ਨਹੀਂ ਤੁਸੀਂ ਕਹਿ ਸਕਦੇ ਵੀ ਉਹ ਫਲਾਨਾ ਬੰਦਾ ਬੜਾ ਸੋਹਣਾ, ਰੱਬ ਇਹਦੇ ਵਰਗਾ ਹੋਵੇਗਾ, ਇਹ ਕੁਝ ਵੀ ਨਹੀਂ ਦੁਨੀਆ ਦਾ ਸੁਹੱਪਣ ਉਹਦੇ ਅੱਗੇ। ਭਾਈ ਨੰਦ ਲਾਲ ਜੀ ਨੇ ਇੱਕ ਗਜ਼ਲ ਲਿਖੀ ਹੈ, ਪਰਸ਼ੀਅਨ ਦੇ ਫਾਰਸੀ ਦੇ ਬੋਲ ਨੇ, ਕਹਿੰਦੇ ਜ਼ੂਦ ਬੇਨੁਮਾ ਆ ਰੁਖੇ ਚੂੰ ਆਫਤਾਬ, ਈ ਇਲਾਜੇ ਚਸ਼ਮੇ ਗਿਰਿਆਨਸ ਤੋਂ ਬਸ। ਕਹਿੰਦੇ ਐ ਸੂਰਜਾਂ ਦੇ ਸੂਰਜ, ਐ ਸੂਰਜਾਂ ਨਾਲੋਂ ਵੱਧ ਫੱਬ ਰੱਖਣ ਵਾਲੇ, ਐ ਸੂਰਜ ਵਰਗੇ ਚਮਕੀਲੇ ਚਿਹਰੇ ਵਾਲੇ, ਮੇਰੀਆਂ ਦੁੱਖ ਦੀਆਂ ਅੱਖਾਂ ਦਾ ਤੂੰ ਦਾਰੂ ਹੈ, ਮੈਨੂੰ ਝਲਕਾਰਾ ਦੇ, ਮੈਨੂੰ ਦੀਦਾਰੇ ਦੇ, ਮੇਰੇ ਜੀਵਨ ਦੇ ਵਿੱਚ ਰੌਸ਼ਨੀ ਹੋ ਜਾਵੇ। ਤੂੰ ਬੜਾ ਸੁੰਦਰ ਸਰੂਪ ਹੈ, ਤੇਰੇ ਨੂਰਾਨੀ ਚਮਕਾਰੇ ਅੱਗੇ ਵਿਕਾਰਾਂ ਦੀ ਚਮਕ ਫਿੱਕੀ ਪੈ ਜਾਂਦੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਚਮਕ ਮਿਟ ਜਾਂਦੀ ਹੈ। ਸੋ ਬੜਾ ਸੁੰਦਰ ਹੈ। ਕਲਗੀਧਰ ਪਾਤਸ਼ਾਹ ਨੇ 10ਮ ਗ੍ਰੰਥ ਵਿੱਚ ਵੀ ਕਿਹਾ ਹੈ, ਅਨੂਪ ਰੂਪ ਰਾਜਯੰ ਨਿਹਾਰ ਕਾਮ ਲਾਜਯੰ। ਕਹਿੰਦੇ ਜੀ ਕਾਮ ਦੇਵਤਾ ਬੜਾ ਸੋਹਣਾ ਹੈ। ਪਾਤਸ਼ਾਹ ਕਹਿੰਦੇ ਹੋਵੇਗਾ ਸੋਹਣਾ, ਪਰ ਜਦੋਂ ਮੇਰੇ ਅਨੂਪ ਰੂਪ ਦੇ ਮਾਲਕ ਖੁਦਾਇਆ ਨੂੰ ਦੇਖਦਾ ਹੈ ਤੇ ਸ਼ਰਮਿੰਦਾ ਹੋ ਜਾਂਦਾ ਹੈ। ਕਾਮਦੇਵ ਵੀ ਏਡਾ ਸੁੰਦਰ ਹੈ ਪਰਮੇਸ਼ਵਰ, ਜਿੰਨਾ ਵੇਖਿਆ ਹੈ ਉਹਨਾਂ ਦੀਆਂ ਬਾਤਾਂ ਨੇ। ਭਲਾ 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 ਤੇਰਾ ਰੂਪ ਅਤ ਸੁੰਦਰ ਅਪਾਰ, ਅਨੂਪ ਜਿਹਦੀ ਉਪਮਾ ਹੀ ਨਹੀਂ ਹੋ ਸਕਦੀ। ਕਹੋ ਨਾਨਕ ਹਰ ਸਿਉ ਮਨ ਮਾਨਿਆ, ਸੋ ਪ੍ਰਭ ਨੈਣੀ ਡੀਠਾ। ਜਿਹੜੇ ਕਹਿੰਦੇ ਰੱਬ ਦਿਖਦਾ ਨਹੀਂ ਹੈ, ਉਹਨਾਂ ਨੂੰ ਜਵਾਬ ਹੈ, ਨੈਣ ਚਾਹੀਦੇ ਨੇ ਵੇਖਣ ਵਾਲੇ। ਸਾਧੂਆਂ ਸੰਤਾਂ ਮਹਾਂਪੁਰਸ਼ਾਂ ਨੇ ਡੀਠਾ ਵੇਖਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਨਜ਼ਰੀ ਆਉਂਦਾ ਹੈ। ਸੋ ਜਿੰਨਾ ਵੇਖਿਆ ਉਹ ਕਹਿੰਦੇ ਉਹ ਸੁੰਦਰ ਬੜਾ ਹੈ। ਉਹ ਸਖੀ ਦੂਜੀ ਸਹੇਲੀ ਨੂੰ, ਆਪਾਂ ਸਾਰੇ ਸਖੀਆਂ ਹੀ ਅਕਾਲ ਪੁਰਖ ਦੇ ਦਰ ਦੀਆਂ, ਉਹ ਸਾਡਾ ਖਸਮ ਹੈ। ਇੱਕ ਸਤਪੁਰਸ਼ ਦੂਜੇ ਪੁਰਸ਼ ਨੂੰ, ਜਗਿਆਸੂ ਦੂਜੇ ਜਗਿਆਸੂ ਨੂੰ ਕਹਿੰਦਾ ਹੈ। ਜਦੋਂ ਉਹਨੇ ਦੱਸਿਆ ਮੈਨੂੰ ਸੁਪਨਾ ਆਇਆ, ਅਕਾਲ ਪੁਰਖ ਦੇ ਦਰਸ਼ਨ ਹੋਏ, ਦੂਸਰਾ ਕਹਿੰਦਾ ਵੀ ਫਿਰ ਪੱਲਾ ਕਿਉਂ ਨਾ ਫੜ ਲਿਆ, ਸਦੀਵੀ ਕਿਉਂ ਨਾ ਤੂੰ ਹਿਰਦੇ 'ਚ ਟਿਕਾ ਲਿਆ।
ਕਹਿੰਦਾ ਉਹਦਾ ਕਾਰਨ ਹੈ ਵੀ ਉਹ ਸੁੰਦਰ ਬੜਾ ਹੈ ਔਰ ਐਡਾ ਚਲਕਾਰਾ ਸੀ, ਐਡਾ ਸੁੰਦਰ ਸੀ ਉਹ। ਪੇਖ ਮਨ ਬੰਚਲਾ, ਬੰਚਲਾ ਦਾ ਮਤਲਬ ਹੈ ਠੱਗ ਲਿਆ। ਕਹਿੰਦਾ ਉਹਦੇ ਸੁੰਦਰ ਸਰੂਪ ਨੇ ਮੈਨੂੰ ਠੱਗ ਲਿਆ, ਮੈਂ ਤੇ ਰੂਪ ਹੀ ਨਿਹਾਰਦਾ ਰਹਿ ਗਿਆ, ਪੱਲਾ ਉਹਦਾ ਮੈਂ ਫੜਿਆ ਹੀ ਨਾ। ਐਡਾ ਸੁੰਦਰ ਹੈ ਜਿਹੜਾ ਬਿਆਨ ਨਹੀਂ ਹੋ ਸਕਦਾ। ਦੇਖਦਿਆਂ ਦੇਖਦਿਆਂ ਹੀ ਕਹਿੰਦੇ ਉਹ ਅਲੋਪ ਹੋ ਗਿਆ, ਸੁਪਨਾ ਟੁੱਟ ਗਿਆ, ਨਿਰਵਿਕਲਪ ਸਮਾਧੀ ਵਿੱਚ ਪਹੁੰਚਿਆ ਨਾ ਗਿਆ। ਸੋ ਅਕਾਲ ਪੁਰਖ ਬਾਬਤ ਹੁਣ ਉਹ ਬਾਤਾਂ ਪਾਉਂਦੇ ਪਾਉਂਦੇ ਅੱਗੇ ਵੱਧਦੇ ਨੇ। ਉਹ ਜਿਹਨੇ ਸੁਪਨਾ ਵੇਖਿਆ ਸੀ ਨਾ, ਉਹਨੇ ਫਿਰ ਦੂਜੇ ਨੂੰ ਬੇਨਤੀ ਕੀਤੀ। ਆਖਣ ਲੱਗੇ ਨੇ, ਖੋਜੋ ਤਾਕੈ ਚਰਨ ਕਹੋ ਕਤ ਪਾਈਐ। ਇੱਕ ਜਗਿਆਸੂ ਦੂਜੇ ਨੂੰ ਕਹਿ ਰਿਹਾ ਹੈ ਵੀ ਮੈਨੂੰ ਦੱਸ ਉਹਨੂੰ ਕਿਵੇਂ ਢੂੰਡਾਂ। ਉਹਦਾ ਸੁਪਨੇ 'ਚ ਆਇਆ ਸੀ, ਹੁਣ ਦਰਸ਼ਨ ਨਹੀਂ ਦੇ ਰਿਹਾ, ਉਹਦੀ ਤਲਾਸ਼ ਕਿਵੇਂ ਕਰਾਂ। ਖੋਜ ਕਹਿੰਦੇ ਨੇ ਪੈਰ ਦਾ ਜ਼ਮੀਨ ਪੁਰ ਜੋ ਚਿੰਨ੍ਹ ਬਣ ਜਾਂਦਾ ਹੈ। ਖੋਜ ਲੱਭਦੇ ਆ ਨਾ ਆਪਾਂ ਪੈਰਾਂ ਵੱਲ ਦੇਖ ਕੇ ਵੀ ਕਿੱਧਰ ਨੂੰ ਜਾ ਰਹੇ ਨੇ ਕਦਮ ਇਸ 'ਤੇ। ਉਹ ਕਿਹੜਾ ਰਸਤਾ ਹੈ ਜਿੱਧਰ ਨੂੰ ਚੱਲਾਂ ਮੈਂ, ਕਿਸ ਸਿਧਾਂਤ ਨੂੰ ਅਪਣਾਵਾਂ ਮੈਂ। ਉਹਦੇ ਚਰਨ ਜਿਹੜੇ ਨੇ ਉਹ ਮੈਨੂੰ ਪ੍ਰਾਪਤ ਹੋ ਜਾਣ, ਉਹਦੇ ਮੈਨੂੰ ਫਿਰ ਦਿਦਾਰੇ ਹੋ ਜਾਣ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬੜਾ ਸੁੰਦਰ ਕਿਹਾ ਹੈ, ਕਹਿੰਦੇ ਪਾਏ ਸਕੈ ਨਹੀਂ ਪਾਰ ਪ੍ਰਭਾ ਹੂੰ ਕੋ, ਨੇਤ ਹੀ ਨੇਤ ਹੈ ਵੇਦ ਬਤਾਵੈ, ਖੋਜ ਥਕੇ ਸਭ ਹੀ ਖੁਜਿਆ ਸੁਰ, ਹਾਰ ਪਰੇ ਹਰ ਹਾਥ ਨਾ ਆਵੈ। ਬੜੇ ਖੋਜੀਆਂ ਨੇ ਖੋਜ ਕਰਕੇ ਵੇਖ ਲਈ, ਰੱਬ ਹੱਥ ਨਹੀਂ ਆਉਂਦਾ। ਖੋਜ ਕੀਤਿਆਂ, ਚਤੁਰਾਈਆਂ ਕੀਤਿਆਂ ਹੱਥ ਨਹੀਂ ਆਉਂਦਾ। ਖੋਜਤ ਖੋਜਤ ਮੈਂ ਫੇਰਾ, ਖੋਜੋ ਬਨ ਥਾਨ ਅਸ਼ਲ ਅਸ਼ੇਦ ਅਭੇਦ ਪ੍ਰਭ। ਐਸੇ ਭਗਵਾਨ ਬੜੇ ਖੋਜੀਆਂ ਖੋਜ ਕੀਤੀ, ਉਹ ਭਗਵਾਨ ਹੱਥ ਨਹੀਂ ਆਉਂਦਾ। ਉਹ ਪ੍ਰੇਮ ਦਾ ਬੱਝਾ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਚਤੁਰਾਈਆਂ ਨਾਲ ਨਹੀਂ ਮਿਲਦਾ, ਚਲਾਕੀਆਂ ਨਾਲ ਨਹੀਂ ਮਿਲਦਾ। ਉਹ ਸਖੀ ਨੇ ਪੁੱਛਿਆ ਦੂਜੀ ਸਹੇਲੀ ਨੂੰ, ਜਗਿਆਸੂ ਨੇ ਪੁੱਛਿਆ ਦੂਜੇ ਜਗਿਆਸੂ ਨੂੰ, ਕਿੱਦਾਂ ਉਹਦੀ ਪੈੜ ਲੱਭਾਂ, ਕਿੱਦਾਂ ਉਹਦੀ ਪ੍ਰਾਪਤੀ ਕਰਾਂ, ਕਿੱਦਾਂ ਖੋਜ ਪਾਵਾਂ ਉਹਦੀ, ਕਿੱਥੇ ਮਿਲਦਾ ਹੈ ਉਹ। ਅੱਗੇ ਆਖਣ ਲੱਗੇ, ਹਰ ਹਾਂ ਸੋਈ ਜਤਨ ਬਤਾਏ, ਸਖੀ ਪ੍ਰਿਉ ਪਾਈਐ। ਹੁਣ ਆਖਣ ਲੱਗੇ ਨੇ, ਮੈਨੂੰ ਸਖੀਏ ਸਹੇਲੀਏ, ਹੇ ਸੰਤ ਜੀ ਮੈਨੂੰ ਦੱਸੋ ਕਿਸ ਯਤਨ ਦੇ ਨਾਲ ਉਹ ਮਿਲੇਗਾ, ਕਿਵੇਂ ਉਹਦੀ ਪ੍ਰਾਪਤੀ ਹੋਵੇਗੀ। ਮੈਨੂੰ ਤੁਸੀਂ ਇਹ ਸਮਝਾਉਣਾ ਕਰੋ, ਕਿਸ ਮਰਿਆਦਾ ਦੇ ਨਾਲ, ਸਿਧਾਂਤ ਦੇ ਨਾਲ ਉਹ ਮਿਲਦਾ ਹੈ। ਇੱਕ ਸੁਹਾਗਣ ਨੂੰ ਕੁਆਰੀ ਲੜਕੀ ਪੁੱਛੇਗੀ ਨਾ ਵੀ ਖਸਮ ਕਿੱਦਾਂ ਮਿਲਦਾ ਹੈ, ਕਿੱਦਾਂ ਖੁਸ਼ ਰਹਿੰਦਾ ਹੈ। ਕੁਆਰੀ ਨੂੰ ਕੁਆਰੀ ਪੁੱਛੇ ਤੇ ਫਾਇਦਾ ਕੋਈ ਨਹੀਂ, ਉਹ ਤੇ ਆਪ ਨਹੀਂ ਵਸੀ ਹੈ। ਜਿਹੜੇ ਸਾਧੂ ਨੇ, ਸੰਤ ਨੇ, ਰੱਬ ਦੀਆਂ ਸੁਹਾਗਣਾਂ ਨੇ, ਜਿਨ੍ਹਾਂ ਸਿਰ ਦਾ ਸਾਈਂ ਪਾਇਆ ਹੈ, ਉਹਨਾਂ ਨੂੰ ਪੁੱਛਣਾ ਹੀ ਪੈਂਦਾ ਹੈ। ਸਿੱਧੀ ਪ੍ਰਾਪਤੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਨਹੀਂ ਲਿਖਿਆ ਵੀ ਸਿੱਧੀ ਪ੍ਰਾਪਤੀ ਹੁੰਦੀ ਹੈ। ਸੁਹਾਗਣਾਂ ਦੇ ਕੋਲ ਬਹਿਣਾ ਹੀ ਪੈਂਦਾ ਹੈ। ਸੋ ਮਹਾਰਾਜ ਕਹਿੰਦੇ, ਉਹ ਪੁੱਛਦੇ ਨੇ ਕੋਈ ਯਤਨ ਦੱਸੋ, ਪ੍ਰਿਓ ਪਰਮੇਸ਼ਵਰ ਪਰਮਾਤਮਾ ਮਿਲ ਜਾਵੇ। ਟੈਲ ਮੀ ਆਫ ਦਾ ਐਫਰਟ ਬਾਏ ਵਿਚ ਮੇ ਆਈ ਮੀਟ ਵਿਦ ਮਾਈ ਬਿਲਵਡ। ਮੈਂ ਆਪਣੇ ਖਸਮ ਨੂੰ ਮਿਲ ਸਕਾਂ, ਮੈਨੂੰ ਹੇ ਸੰਤ ਜਨੋ ਇਹ ਦੱਸਣਾ ਕਰੋ। ਯਤਨ ਦਾ ਭਾਵ ਉਦਮ ਹੈ, ਕੋਸ਼ਿਸ਼ ਹੈ, ਉਪਰਾਲਾ ਹੈ, ਉਪਾਏ ਹੈ। ਮੈਂ ਕਰਨ ਲਈ ਤਿਆਰ ਹਾਂ, ਦੱਸ ਦਿਓ ਕਿਵੇਂ ਪਰਮੇਸ਼ਵਰ ਮਿਲਦਾ ਹੈ। ਹੇ ਸਖੀ, ਹੇ ਸਹੇਲੀ, ਇਹ ਉਧਾਰ ਕਰਤਾ, ਮੈਨੂੰ ਇਸ ਰਸਤੇ ਬਾਰੇ ਦੱਸਣਾ ਕਰ। ਪ੍ਰਿਓ ਪਿਆਰਾ, ਪਰਮੇਸ਼ਵਰ ਕਿਵੇਂ ਮਿਲਦਾ ਹੈ। ਬਾਣੀ ਚਾਹੁੰਦਾ ਨਾ, ਜਾਏ ਪੁੱਛਾਂ ਤਿਨ ਸੱਜਣਾ, ਪ੍ਰਭ ਕਿਤ ਬਿਦ ਮਿਲੈ। ਮਿਲਾਏ ਉਹਨਾਂ ਸੱਜਣਾ ਸੰਤਾਂ ਨੂੰ ਪੁੱਛਾਂਗੇ ਵੀ ਪਰਮਾਤਮਾ ਕਿਵੇਂ ਮਿਲਦਾ ਹੈ। ਜਾਂ ਦੇਖਾਂ ਪ੍ਰਭ ਆਪਣਾ, ਪ੍ਰਭ ਦੇਖਿਆ ਦੁੱਖ ਜਾਏ। ਕਿਉਂ ਵੇਖਣਾ ਹੈ ਪ੍ਰਭੂ ਨੂੰ?
क्योंकि जदों वो दिख गया, जम्मण ते मरण का दुख गया, जीवन चों सारे दुख चले गए, फिर सुख ही सुख है, इसलिए वेखना है उसनों। हुण संतां कोल ते जाना पवेगा। गुरु ग्रंथ साहिब कहते ने, भाई रे संत जना की रेण, संत सभा गुर पाईऐ मुक्त पदार्थ तेण। साधु दे चरनां दी धूड़ बन, उहदे कोल जा, ਉਹਦੀ ਕਿਰਪਾ ਦੇ ਨਾਲ ਤੈਨੂੰ ਗੁਰੂ ਮਿਲੇਗਾ, ਪਰਮੇਸ਼ਵਰ ਦਾ ਜੋ ਸਰਗੁਣ ਸਰੂਪ ਹੈ। ਔਰ ਜੇ ਤੈਨੂੰ ਗੁਰੂ ਮਿਲ ਗਿਆ, ਮੁਕਤ ਪਦਾਰਥ ਧੇਣ, ਤੈਨੂੰ ਨਿਜਾਤ ਮਿਲ ਜਾਵੇਗੀ ਰੋਗਾਂ ਸੋਗਾਂ ਤੋਂ, 84 ਲੱਖ ਜੂਨਾਂ ਤੋਂ। ਗੁਰੂ ਗ੍ਰੰਥ ਸਾਹਿਬ ਨੇ ਇੱਥੋਂ ਤੱਕ ਕਹਿਤਾ, ਭਾਵੇਂ ਤੂੰ ਮੰਤਰਾਂ ਜੰਤਰਾਂ ਦਾ ਅਭਿਆਸ ਕਰਕੇ ਇੰਨੀ ਤਾਕਤ, ਇੰਨੀਆਂ ਸਿੱਧੀਆਂ ਵੀ ਰੱਖ ਲਵੇਂ। ਉਹ ਕਿਹੜੀਆਂ ਸਿੱਧੀਆਂ ਨੇ? ਕਹਿੰਦੇ ਪਰਮਾਣੂ प्रजंत आकाश है, दीप लो शिखंडन है। तेरे कोल कहंदी इन्नी ताकत आ गई। एक जग्यासू इस्त्री दूजे नूं कहंदी, ठीक है तेरे कोल इन्नी ताकत आ गई, अणु वर्गा छोटा हो जावे, परमाणु वर्गा, लाइक इंग्लिश च हुंदा ना एटम्स, वो माइक्रोस्कोप का विषा नहीं, इन्ने बरीक जीव ने, सूक्ष्म। कहंदे तेरे च इन्नी करामात है भी तू वो छोटा जिहा परमाणु बन जा, अणु बन जा। अगे आखण लगे आकाशां दीपां मंडलां तक तेरी पहुँच हो जावे। गशेण नैण पारेण नानक, बिना साधु ना सिद्ध्यते। इन्नी करामात भी आ गई। अख दे एक फोर विच देशां देशांतरां नूं तू घुम आया, अणु तू बन गया, सिद्धियां दा मालक भी तू हो गया। गुरु ग्रंथ साहिब कहंदे, संतां दी संगत तो बिना ना सिद्ध्यते। परमात्मा दी प्राप्ति रूप सिद्धि हासिल नहीं होवेगी, परमात्मा नहीं मिलना, तैनूं शक्तियां मिल जाणगियां मंत्रां जंत्रां नाल। सो तां इत्थे गुरु अर्जन साहिब कहते ने, संतां नूं पुछना कीता जग्यासू सखी ने, खसम किवें मिलदा है, किस सिद्धांत ते चलिया मिलदा है। बड़े खोज रहे सन, खोज असंखा, अनकोत पंथा बिन गुर नाही पहुंचा। साधु की संगत कीते बिना गुरु तक नहीं पहुँचते, गुरु तक पहुँचे तो बिना खुदा तक नहीं पहुँच, पुछना ही पैंदा है। हुण वो अगों ਜਿਹੜੇ संत ने ना, महापुरुष ने, गुरु पातशाह नाल जुड़े हुए, वो दसदे ने भी अकाल पुरख नूं मिलण दा रस्ता किहड़ा है। अगले बंद दे विच महाराज वो जवाब दिंदे ने, नैण ना देख है साध, से नैण बेहालिया। वेखो पहलां ते साधुआं दे दीदारे करने पैणगे नेत्रां नाल, दर्शन करांगे, कोल बवांगे ते जाच दसणगे ना। साधुआं कोल ते बहिंदा ही नहीं है, ठग्गां को बहिंदा, चोरां को बहिंदा, डाकुआं को बहिंदा, उदां दा ही हो निबड़दा है। ठग्गां को ठगियां मारनियां ही सिखोगे, चोरां को चोरी करनी सिखोगे, उत्तम संगत उत्तम होवे, संतां कोल रब दी बात पाउणी सिखोगे। वो दसदे ने भी नैणा नाल तू महापुरुषां साधुआं दे दर्शन कीते ही नहीं, कदे उन्हां दी संगत विच गया ही नहीं। वो एक सहेली दूजी सहेली नूं कहंदी है, एक सुहागण उस कुआरी लड़की नूं कहंदी है, एक संत जग्यासू नूं कहंदा है। खसम पाउण दा तरीका ये सी भी जिन्ना खसम पाया होया है उन्हां दे दर्शन करने सी अखां दे नाल, पर तू होरां रूप रंगां विच रुझ गया, कुदरत दे दिदारे करदा रहा, करते दा तैनूं ख्याल ही नहीं है। गैरां दे रूप रंग वेखण विच इन्ना मस्त होया, बेहाल हो गया तेरा जीवन, विकारां विच डुब गया तेरा जीवन। जिहड़ा नैण लफ्ज़ है ना, जो मन नूं पदार्थां वल लै जावे, जिथों दृष्टि प्रगट हुंदी है, अखां लई आ गया। जिहड़ा साध लफ्ज़ है, जिन्ने मन नूं साधिया है, जिहदा मन काबू विच है, अख नक कंन इंद्रे काबू विच ने, उहनूं साधु कहंदे ने। जो मन नूं
ਸਾਧ ਚੁੱਕਿਆ ਹੈ। ਕਹਿੰਦੇ ਐਸੇ ਜਿਹੜੇ ਸੰਤ ਨੇ, ਸਾਧ ਨੇ, ਮਹਾਂਪੁਰਸ਼ ਨੇ, ਜੇ ਨੇਤਰ ਉਹਨਾਂ ਦੇ ਦਰਸ਼ਨ ਨਹੀਂ ਕਰਦੇ ਤੇ ਬੇਹਾਲ ਨੇ। ਬੇਹਾਲ ਲਫ਼ਜ਼ ਪਰਸ਼ੀਅਨ ਦਾ ਹੈ, ਫਾਰਸੀ ਦਾ ਹੈ। ਆਪਾਂ ਪੰਜਾਬੀ 'ਚ ਉੱਦਾਂ ਹੀ ਕਹਿ ਦਿੰਦੇ ਵੀ ਹਾਲੋਂ ਬੇਹਾਲ ਹੀ ਹੋ ਗਏ ਆ। ਇਹ ਫਾਰਸੀ ਦਾ ਲਫ਼ਜ਼ ਹੈ। ਬੇਹਾਲ ਦਾ ਮਤਲਬ ਹੁੰਦਾ ਹੈ ਬਦਹਾਲ, ਬੁਰਾ ਹਾਲ, ਦੁਖਦਾਇਕ ਹੋ ਜਾਣਾ। ਕਹਿੰਦੇ ਉਹਨਾਂ ਨੈਣਾਂ ਦਾ ਹਾਲ ਕੁਝ ਵੀ ਨਹੀਂ, ਅਜਾਈ ਵਿਅਰਥ ਨੇ ਉਹ ਨੈਣ। ਜਿਵੇਂ ਬਾਣੀ ਚਾਹੁੰਦਾ ਨਾ, ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ। ਉਹ ਵਿਅਰਥ ਨੇ ਅੱਖਾਂ, ਗੈਰਾਂ ਦੇ ਰੂਪ ਵੇਖਣ ਵਿੱਚ ਹੀ ਗਲਤਾਨ ਹੋ ਗਈਆਂ। ਸਤਸੰਗੀਆਂ ਦੇ, ਸਾਧੂਆਂ ਦੇ, ਗੁਰਾਂ ਦੇ ਦਰਸ਼ਨ ਜਿਹਨੇ ਕੀਤੇ ਹੀ ਨਾ। ਕੀ ਕਰਨਾ ਹੈ ਨੇਤਰਾਂ ਨਾਲ? ਕਹਿੰਦੇ ਨੇਤਰ ਸੰਤਨ ਕਾ ਦਰਸ਼ਨ ਪੇਖ, ਪ੍ਰਭ ਅਬਿਨਾਸੀ ਮਨ ਮੈਂ ਲੇਖ। ਸਾਧੂਆਂ ਦਾ ਦਰਸ਼ਨ ਕਰ, ਉਹਨਾਂ ਕੋਲ ਬੈਠ, ਜਿਵੇਂ ਉਹ ਰੱਬ ਦੀ ਇਬਾਦਤ ਕਰਦੇ ਨੇ ਤੂੰ ਵੀ ਕਰ, ਤੇ ਤੂੰ ਪਰਮ ਈਸ਼ਵਰ ਤਾਈਂ ਪਹੁੰਚ ਜਾਵੇਂਗਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ, ਜੋ ਸਾਧੂ ਸਤਿਗੁਰ ਦੇਖੈ ਰਾਮ। ਨੇਤਰ ਉਹ ਸਫਲੇ ਨੇ ਜਿਹੜੇ ਸਾਧੂਆਂ ਦੇ, ਗੁਰਾਂ ਦੇ ਦਰਸ਼ਨ ਕਰਦੇ ਨੇ। ਜਿੰਨਾ ਸਤਿਗੁਰ ਮੇਰਾ ਪਿਆਰਾ ਅਰਾਧਿਆ, ਤਿੰਨ ਜਨ ਦੇਖਾਂ ਨੈਣੀ। ਜਿਹੜਾ ਸਾਧਾਂ ਨੇ ਅਕਾਲ ਪੁਰਖ ਨੂੰ, ਗੁਰੂ ਨਾਨਕ ਨੂੰ ਧਿਆਇਆ ਹੈ, ਮੈਂ ਉਹਨਾਂ ਦੇ ਦਰਸ਼ਨ ਕਰ ਲਵਾਂ। ਕਹਿੰਦੇ ਜੋ ਜਪਦੇ ਹਰ ਹਰ ਦਿਨ ਸਰਾਤ, ਤਿਨ ਹਉ ਕੁਰਬੈਣੀ ਵਾਰੇ ਜਾਵਾਂ। ਉਹਨਾਂ ਤੋਂ ਜਿਹੜੇ ਸਾਧੂ ਦਿਨ ਰਾਤ ਤੇਰਾ ਨਾਮ ਜਪਦੇ ਨੇ, ਹਰ ਨਾਮ ਧਿਆਈ ਹਰ ਉਚਰਾਂ, ਹਰ ਲਾਹਾ ਲੈਣੀ। ਹਉ ਵਾਰਿਆ ਆਪਣੇ ਗੁਰੂ ਕਉ, ਜਿਨ ਮੇਰਾ ਹਰ ਸੱਜਣ ਮੇਲਿਆ। ਸੈਣੀ ਸਾਧੂਆਂ ਕੋਲ ਬਹਿ ਗਿਆ, ਦਿਦਾਰੇ ਕਰਕੇ ਬੈਠਾ ਕੋਲ। ਉਹਨਾਂ ਕੋਲ ਬਹਿ ਕੇ ਅਕਾਲ ਪੁਰਖ ਦੇ ਗੀਤ ਗਾਏ। ਲਾਹਾ ਕੀ ਮਿਲਿਆ? ਗੁਰੂ ਮਿਲੇ। ਗੁਰੂ ਦੀ ਕਿਰਪਾ ਹੋਈ, ਸੱਜਣ ਅਕਾਲ ਪੁਰਖ ਜਿਹੜਾ ਸੀ ਉਹ ਮਿਲਾ ਦਿੱਤਾ ਗਿਆ। ਬਾਣੀ 'ਚ ਜਗ੍ਹਾ ਜਗ੍ਹਾ ਆਉਂਦਾ ਹੈ, ਨੈਣ ਅਲੋਵੋ ਸਾਧ ਜਨੋ, ਹਿਰਦੈ ਗਾਵਹੁ ਨਾਮ ਨਿਧੋ। ਕਹਿੰਦੇ ਦੇਖੋ, ਨਿਧੀਆਂ ਦੇ ਖਜ਼ਾਨੇ ਅਕਾਲ ਪੁਰਖ ਨੂੰ ਗਾਓ। ਕਿੱਦਾਂ ਗਾਓ? ਸਾਧੂਆਂ ਨੂੰ ਦੇਖੋ, ਉਹਨਾਂ ਦੇ ਕੋਲ ਬੈਠੋ, ਉਹਨਾਂ ਕੋਲੋਂ ਜਾਚ ਸਿੱਖੋ। ਕੀ ਹੋਵੇਗਾ? ਕਾਮ ਕ੍ਰੋਧ ਲੋਭ ਮੋਹ ਤਜੋ, ਜਨਮ ਮਰਨ ਦੋਹੂ ਤੇ ਰਹਿਓ। ਤੁਹਾਡੇ ਵਿਕਾਰ ਮਿਟ ਜਾਣਗੇ, ਤੁਹਾਡਾ ਖਹਿੜਾ ਛੱਡ ਜਾਣਗੇ, ਤੱਜ ਕੇ ਭੱਜ ਜਾਣਗੇ ਤੁਹਾਨੂੰ ਜਦੋਂ ਰੱਬ ਦੇ ਗੀਤ ਗਾਓਗੇ। ਕਾਮ ਕ੍ਰੋਧ ਮਿਟ ਜਾਣਗੇ, ਫਿਰ ਤੁਹਾਡਾ ਜੰਮਣ ਮਰਨ ਮਿਟੇਗਾ, ਤੁਹਾਡੇ ਰੋਗ ਸੋਗ ਮਿਟਣਗੇ, ਚਿੰਤਾਵਾਂ ਡਿਪਰੈਸ਼ਨ ਸਭ ਮਿਟ ਜਾਵੇਗਾ। ਸੋ ਪਹਿਲਾ ਰਸਤਾ ਹੈ ਸਾਧੂਆਂ ਦੇ ਦਿਦਾਰੇ ਕਰ। ਫਿਰ ਉਹਨਾਂ ਕੋਲ ਬਹਿ ਕੇ ਉਹਨਾਂ ਦੇ ਬਚਨ ਸੁਣਨੇ ਸੀ, ਕੰਨੀ ਉਹਨਾਂ ਨੂੰ ਹਿਰਦੇ 'ਚ ਵਸਾਉਣਾ ਸੀ। ਅਸੀਂ ਉਹ ਵੀ ਨਹੀਂ ਕਰਦੇ। ਹੋਇਆ ਕੀ, ਮਹਾਰਾਜ ਕਹਿੰਦੇ ਨੇ, ਕਰਨ ਨਾ ਸੁਣਹੀ ਨਾਦ, ਕਰਨ ਮੁੰਦ ਘਾਲਿਆ। ਕਰਨ ਦਾ ਭਾਵ ਹੈ ਇੰਦਰੀਆਂ 'ਚੋਂ ਜਿਹੜੇ ਇਹ ਕੰਨ ਨੇ। ਕਹਿੰਦੇ ਇਹ ਜਿਹੜੇ ਕੰਨ ਨੇ ਇਹ ਨਾਦ ਨਹੀਂ ਸੁਣਦੇ। ਹੁਣ ਨਾਦ ਦਾ ਮਤਲਬ ਗੰਦੇ ਮੰਦੇ ਗੀਤ ਸੁਣਨੇ ਨਹੀਂ ਹੈ। ਨਾਦ ਦੇ ਕਈ ਅਰਥ ਨੇ। ਧਵਨੀ ਨੂੰ ਕਹਿੰਦੇ ਨੇ, ਸ਼ਬਦ ਨੂੰ ਕਹਿੰਦੇ ਨੇ। ਨਦ ਕਰਨਾ, ਸ਼ਬਦ ਕਰਨਾ। ਵਿਦਵਾਨਾਂ ਨੇ ਦੋ ਤਰ੍ਹਾਂ ਦੇ ਲਿਖੇ ਨੇ, ਆਹਤ ਤੇ ਅਨਾਹਤ। ਇਹ ਦੋ ਪ੍ਰਕਾਰ ਦੇ ਨਾਦ ਨੇ, ਆਹਤ ਤੇ ਅਨਾਹਤ। ਸੋ ਜਿਹੜਾ ਆਹਤ ਹੈ, ਜੋ ਚੀਜ਼ਾਂ ਦੇ ਮਿਲਣ ਜਾਂ ਜੁਦਾ ਹੋਣ ਤੇ ਪ੍ਰਗਟ ਹੋਵੇ। ਜਿਵੇਂ ਤੁਸੀਂ ਬਾਂਸ ਪਾੜਦੇ ਹੋ, ਉਹ ਇੱਕ ਆਵਾਜ਼ ਆਉਂਦੀ ਹੈ, ਉਹਨੂੰ ਆਹਤ ਕਹਿ ਦਿੰਦੇ ਨੇ। ਜਾਂ ਹੱਥ ਤੇ ਹੱਥ ਮਾਰਿਆ, ਤਾੜੀ ਮਾਰੀ, ਉਹਨੂੰ ਆਹਤ ਕਹਿ ਦਿੰਦੇ ਹੋ। ਇਹ ਜਿਹੜਾ ਆਹਤ ਹੈ, ਇਹ ਵੀ ਅੱਗੇ ਤਿੰਨ ਤਰ੍ਹਾਂ ਦਾ ਹੁੰਦਾ ਹੈ। ਪ੍ਰਾਣੀ ਭਵ, ਅਪ੍ਰਵਾਣੀ ਭਵ, ਉਭੈ ਸੰਭਵ। ਪ੍ਰਾਣੀ ਭਵ ਤੋਂ ਭਾਵ ਹੈ ਜੋ ਗਲੇ ਚੋਂ ਸ਼ਬਦ ਨਿਕਲਦਾ ਹੈ ਸਾਡੇ। ਅਪ੍ਰਵਾਣੀ ਭਾਵ ਤੋਂ ਭਾਵ ਹੈ ਜਿਵੇਂ ਇਹ ਵਾਜੇ ਨੇ ਨਾ, ਸਤਾਰ, ਹਾਰਮੋਨੀਅਮ, ਮਾਦਕ, ਜੋ ਬੰਦਾ ਹੱਥਾਂ ਨਾਲ ਸਾਜ਼ ਵਜਾਉਂਦਾ ਹੈ। ਤੇ ਤੀਸਰਾ ਆਹਤ ਦਾ ਜਿਹੜਾ ਪੱਖ ਹੈ, ਉਹਦਾ ਭਾਵ ਇਹ ਹੁੰਦਾ ਹੈ ਜਿਹੜੇ
ਫੂਕ ਮਾਰ ਕੇ ਵਾਜੇ ਵਜਾਈਦੇ ਨੇ। ਜਿਵੇਂ ਤੁਸੀਂ ਦੇਖਦੇ ਹੀ ਹੋ, ਕੋਈ ਮੁਰਲੀ ਵਜਾਉਂਦਾ ਹੈ, ਕੋਈ ਬੀਨ ਵਜਾਉਂਦਾ ਹੈ, ਉਹਨੂੰ ਕਹਿ ਦਿੰਦੇ ਨੇ ਉਭੈ ਸੰਭਵ। ਸੋ ਜਿਹੜਾ ਇੱਕ ਹੋਰ ਪੱਖ ਹੈ ਆਹਤ ਤੋਂ ਲਹਿਦਾ, ਉਹ ਹੈ ਅਨਾਹਤ। ਅਨਾਹਤ ਵਾਜੇ ਮਹਾਂਪੁਰਸ਼ਾਂ ਨੂੰ ਹੀ ਸੁਣਦੇ ਨੇ, ਜੋ ਚਿੱਤ ਦੀ ਇਕਾਗਰਤਾ ਤੋਂ ਪ੍ਰਗਟ ਹੁੰਦੇ ਨੇ। ਇਹ ਸੁਰਤੀ ਦਾ ਵਿਸ਼ਾ ਨੇ, ਬਾਹਰ ਨਹੀਂ ਵੱਜਦੇ, ਇਹ ਕੰਨਾਂ ਦਾ ਵਿਸ਼ਾ ਨਹੀਂ। ਇਹਦੇ ਬਾਰੇ ਬਾਣੀ ਵਿੱਚ ਬੜਾ ਜ਼ਿਕਰ ਆਉਂਦਾ ਹੈ। ਜਿਹੜੇ ਪਰਮੇਸ਼ਵਰ ਦੀ ਯਾਦ ਵਿੱਚ ਬਹਿੰਦੇ ਨੇ ਨਾ, ਸਮਾਧੀ ਲਗਾਉਂਦੇ ਨੇ, ਧਿਆਨ ਧਾਰਦੇ ਨੇ, ਉਹਨਾਂ ਨੂੰ ਅਨਾਹਤ ਵਾਜੇ ਸੁਣਦੇ ਨੇ, ਔਰ ਇੱਕ ਰਸ ਉਹਨਾਂ ਨੂੰ ਕੀਰਤੀ ਸੁਣਦੀ ਰਹਿੰਦੀ ਹੈ। ਉਹਨਾਂ ਦੀ ਜ਼ੁਬਾਨ ਨਾਮ ਹੀ ਜਪਦੀ ਹੋਵੇ, ਗਾਉਂਦੀ ਹੋਵੇ, ਉਹਨਾਂ ਦੇ ਅੰਦਰ ਹੀ ਨਾਮ ਚੱਲਦਾ ਰਹਿੰਦਾ ਹੈ, ਜਿਨ੍ਹਾਂ ਪਰਮੇਸ਼ਵਰ ਵਿੱਚ ਲਿਵ ਜੋੜੀ। ਸੋ ਇਹ ਕੰਨਾਂ ਦਾ ਵਿਸ਼ਾ ਨਹੀਂ, ਅਨਾਹਤ ਵਾਜੇ। ਇਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਨੇ ਸਾਫ਼ ਕਿਹਾ ਹੈ, ਪ੍ਰਭ ਕੈ ਸਿਮਰਨ ਅਨਹਦ ਝੁਨ ਘਾਰ। ਪ੍ਰਭੂ ਦਾ ਸਿਮਰਨ ਕਰਨ ਵਾਲਿਆਂ ਨੂੰ ਹੀ ਅਨਾਹਤ ਵਾਜੇ ਸੁਣਦੇ ਨੇ। ਅਨਸਟਰਕ ਮੈਲੋਡੀ ਵਾਈਬ੍ਰੇਟਸ, ਜਿਹੜੇ ਰੱਬ ਨੂੰ ਯਾਦ ਕਰਦੇ ਨੇ, ਉਹਨਾਂ ਨੂੰ ਇੱਕ ਰਸ ਅਨਾਹਤ ਵਾਜੇ ਸੁਣਦੇ ਨੇ। ਹੁਣ ਆ ਜਾਓ ਦੂਜੇ ਨਾਦ ਬਾਰੇ, ਜਿਹੜਾ ਅਸੀਂ ਨਹੀਂ ਸੁਣਨਾ। ਨਾਦ ਕਿਹੜਾ ਸੁਣਨਾ ਹੈ? ਅਕਾਲ ਪੁਰਖ ਦੀ ਕੀਰਤੀ ਵਡਿਆਈ ਸ਼ਬਦ, ਜੋ ਗੁਰੂ ਕੇ ਸਿੱਖ ਜਾਂ ਹੋਰ ਕੋਈ ਮਹਾਂਪੁਰਸ਼ ਕਿਸੇ ਵੀ ਧਰਮ ਦੇ ਹੁਣ ਰੱਬ ਦੀ ਵਡਿਆਈ ਗਾਉਂਦੇ ਨੇ, ਉਹ ਵਡਿਆਈ ਸੁਣਨੀ ਹੈ। ਜਿਹੜਾ ਨਹੀਂ ਸੁਣਨਾ ਉਹ ਹੈ ਗੰਦੇ ਮੰਦੇ ਗੀਤ, ਜੋ ਵਿਕਾਰ ਪੈਦਾ ਕਰਦੇ ਨੇ, ਜੋ ਮੈਲੀ ਭਾਵਨਾ ਪੈਦਾ ਕਰਦੇ ਨੇ, ਬੰਦੇ ਨੂੰ ਕਾਮੁਕ ਕਰਦੇ ਨੇ। ਬੰਦਾ ਆਪੇ ਤੋਂ ਬਾਹਰ ਹੋ ਕੇ ਦੂਸਰਿਆਂ ਦੀ ਪੱਤ ਨੂੰ ਲੁੱਟਦਾ ਹੈ, ਵਿਕਾਰਾਂ ਵਿੱਚ ਡੁੱਬ ਜਾਂਦਾ ਹੈ। ਰਾਗ ਨਾਦ ਮਨ ਦੂਜੈ ਭਾਏ, ਅੰਤਰ ਕਪਟ ਮਹਾ ਦੁਖ ਪਾਏ। ਜਿਹੜੇ ਦਵੈਸ਼ ਪੈਦਾ ਕਰਨ ਗਾਣੇ ਗੀਤ, ਵਿਕਾਰ ਪੈਦਾ ਕਰਨ ਕਾਮ ਕ੍ਰੋਧ ਲੋਭ ਮੋਹ ਹੰਕਾਰ, ਕਹਿੰਦੇ ਉਹ ਸੁਣਿਆ ਮਹਾ ਦੁੱਖ ਪਾਏ, ਤੈਨੂੰ ਦੁੱਖ ਹੀ ਦੁੱਖ ਲੱਗੇਗਾ। ਰਾਗ ਨਾਦ ਸ਼ਬਦ ਸੋਹਣੇ, ਜਾਂ ਲਾਗੈ ਸਹਿਜ ਧਿਆਨ। ਰਾਗ ਨਾਦ ਛੋੜ ਹਰ ਸੇਵੀਐ, ਤਾਂ ਦਰਗਹਿ ਪਾਈਐ ਮਾਨ। ਜੇ ਗੀਤ ਸੁਣਨੇ ਨੇ ਨਾ, ਤੇ ਸੋਹਣੇ ਗੀਤ ਸੁਣ। ਉਹ ਕਿਹੜੇ ਨੇ? ਜਿਨ੍ਹਾਂ ਨਾਲ ਧਿਆਨ ਲੱਗੇ। ਕਿੱਥੇ ਧਿਆਨ ਲੱਗੇ? ਅਕਾਲ ਪੁਰਖ ਦੇ ਵਿੱਚ। ਜਿਨ੍ਹਾਂ ਨਾਲ ਸਹਿਜ ਸ਼ਾਂਤੀ ਪ੍ਰਾਪਤ ਹੋਵੇ, ਜਿਨ੍ਹਾਂ ਨਾਲ ਅਕਾਲ ਪੁਰਖ ਤਾਈਂ ਪਹੁੰਚ ਜਾਈਏ, ਉਹ ਰੱਬੀ ਗੀਤ ਸੁਣ, ਸ਼ਬਦ ਸੁਣ। ਜਿਹੜੇ ਗੰਦੇ ਮੰਦੇ ਗੀਤ ਨੇ, ਕਹਿੰਦੇ ਉਹ ਛੱਡ ਦੇ। ਫਿਰ ਕੀ ਹੋਵੇਗਾ? ਤਾਂ ਦਰਗਹਿ ਪਾਈਐ ਮਾਣ, ਦਰਗਾਹ ਤਾਈਂ ਮਾਣ ਹੋਵੇਗਾ, ਭੈੜੇ ਗੀਤ ਨਹੀਂ ਸੁਣਨੇ। ਜੇ ਸਾਧੂਆਂ ਦੇ ਸ਼ਬਦ ਬਾਣੀ ਬੋਲ ਕੰਨ ਨਹੀਂ ਸੁਣਦੇ, ਫਿਰ ਕਹਿੰਦੇ ਉਹਨਾਂ ਨੂੰ ਬੰਦੀ ਕਰ ਲਵੋ ਤੇ ਚੰਗਾ ਹੈ। ਆਖਣ ਲੱਗੇ ਮੁੰਦ ਘਾਲਿਆ। ਘਾਲਿਆ ਤੋਂ ਭਾਵ ਹੈ ਕਰ ਲੈ, ਮੁੰਦ ਦਾ ਭਾਵ ਹੈ ਬੰਦ ਕਰ, ਲੁਕਾਉਣਾ ਕਰ, ਉਹਨਾਂ ਨੂੰ ਢੱਕਣਾ ਕਰ। ਉਹ ਕੰਨ ਕਿਸੇ ਕੰਮ ਦੇ ਨਹੀਂ। ਅੱਖਾਂ ਨਾਲ ਦਰਸ਼ਨ ਨਹੀਂ ਕੀਤੇ ਸਾਧੂਆਂ ਦੇ, ਅੱਖਾਂ ਕਿਸੇ ਕੰਮ ਦੀਆਂ ਨਹੀਂ, ਵਿਅਰਥ ਨੇ। ਕੰਨਾਂ ਨਾਲ ਉਹਨਾਂ ਦੇ ਬਚਨ ਨਹੀਂ ਸੁਣੇ, ਸ਼ਬਦ ਨਹੀਂ ਸੁਣੇ, ਕੰਨ ਵਿਅਰਥ ਨੇ, ਢੱਕ ਲੈ, ਬੰਦ ਕਰ ਲੈ। ਨੇਤਰਾਂ ਨਾਲ ਦਰਸ਼ਨ ਕਰਕੇ ਕੋਲ ਬਹਿ ਕੇ ਰੱਬ ਦੇ ਗੀਤ ਸੁਣਨੇ ਸੀ, ਪਰਮਾਤਮਾ ਮਿਲ ਜਾਂਦਾ, ਪਰ ਇਹ ਅਸੀਂ ਕੀਤਾ ਹੀ ਨਾ। ਮ੍ਰਿਥਿਆ ਮਹਾਰਾਜ ਪਾਤਸ਼ਾਹ ਕਹਿੰਦੇ ਇਹ ਕੰਨ ਤੇਰੇ ਹੋ ਗਏ, ਕਿਸੇ ਕੰਮ ਨਾ ਆਏ। ਬਾਣੀ ਚ ਆਉਂਦਾ ਹੈ ਮਿਥਿਆ ਸ਼ਰਵਨ ਪਰ ਨਿੰਦਾ ਸੁਣ ਹੈ। ਇਹ ਵਿਅਰਥ ਨੇ ਕੰਨ, ਜਿਨ੍ਹਾਂ ਨੇ ਨਿੰਦਾ ਸੁਣੀ ਹੈ, ਚੁਗਲੀ ਸੁਣੀ ਹੈ, ਗੰਦੇ ਗੀਤ ਸੁਣੇ ਨੇ। ਸੁਣਨਾ ਕੀ ਹੈ? ਸੁਣ ਕੀਰਤਨ ਸਾਧ ਪਹਿ ਜਾਏ ਜਨਮ ਮਰਨ ਕੀ ਤਰਾਸ ਮਿਟਾਏ। ਸਾਧੂਆਂ ਕੋ ਜਾ ਕੇ ਅਕਾਲ ਪੁਰਖ ਦੀ ਕੀਰਤੀ ਸੁਣਨੀ ਸੀ, ਜੰਮਣ ਮਰਨ ਮਿਟ ਜਾਂਦਾ, ਆਉਣਾ ਜਾਣਾ ਤੇਰਾ ਮਿਟ ਜਾਂਦਾ, ਭਵਸਾਗਰ ਤੋਂ ਤੂੰ ਪਾਰ ਲੰਘ ਜਾਂਦਾ। ਪਰ ਇਹ ਅਸੀਂ ਕਰ ਨਾ ਸਕੇ। ਜੇ ਨਹੀਂ ਗੀਤ ਸੁਣੇ ਅਕਾਲ ਪੁਰਖ ਦੇ, ਕਹਿੰਦੇ ਕੰਨ ਕਿਸੇ ਕੰਮ ਨਹੀਂ, ਬੰਦ ਕਰ ਦਿਓ। ਅੱਗੇ ਜ਼ੁਬਾਨ ਬਾਬਤ ਕਹਿੰਦੇ ਨੇ। ਹੁਣ ਤੀਸਰਾ ਰਾਹ ਕੀ ਸੀ? ਪਹਿਲਾ ਸੀ ਅੱਖਾਂ ਨਾਲ ਸਾਧੂਆਂ ਦੇ ਦਰਸ਼ਨ ਕਰਨੇ, ਦੂਜਾ ਸੀ ਬਚਨ ਸੁਣਨੇ, ਤੀਸਰਾ ਸੀ ਜੋ ਸਾਧੂਆਂ ਬਚਨ ਸੁਣਾਏ, ਬਾਣੀ ਸੁਣਾਈ, ਉਹਨੂੰ ਜਪਣਾ। ਅਸੀਂ ਉਹ ਵੀ ਨਹੀਂ ਕੀਤਾ, ਗੀਤ ਨਹੀਂ ਗਾਏ। ਮਹਾਰਾਜ ਫਿਰ ਅੱਗੇ ਕਹਿੰਦੇ ਨੇ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਰਸਨਾ ਇਹਨੂੰ ਕਿਉਂ ਕਿਹਾ ਜਾਂਦਾ ਹੈ? ਇਹਦੇ ਰਾਹੀਂ ਰਸ ਗ੍ਰਹਿਣ ਕਰਦੇ ਆ। ਰਸਾਂ ਦਾ ਪਤਾ ਲੱਗਦਾ ਹੈ, ਸਲਾਉਣੇ ਨੇ, ਮਿੱਠੇ ਨੇ ਜਾਂ ਕੌੜੇ ਨੇ।
ਕਹਿੰਦੇ ਰਸਨਾ ਨਾਲ ਗੀਤ ਗਾਉਣੇ ਸੀ ਜਿਹੜੇ ਸਾਧੂਆਂ ਕੋਲੋਂ ਸੁਣੇ ਸੀ, ਦਰਸ਼ਨ ਕਰਕੇ ਉਹਨਾਂ ਦੇ। ਨਾ ਦਰਸ਼ਨ ਹੀ ਕੀਤੇ, ਨਾ ਸ਼ਬਦ ਹੀ ਸੁਣਿਆ, ਨਾ ਜ਼ੁਬਾਨ ਨਾਲ ਗਾਇਆ ਹੀ। ਰਸਨਾ ਲਾਈ ਹੈ ਇਸ ਵਜੂਦ ਨਾਲ ਜਪਣ ਦੇ ਲਈ। ਜਪਣਾ ਕੀ ਹੈ? ਅਕਾਲ ਪੁਰਖ ਦਾ ਨਾਮ, ਮੰਤਰ ਪਾਠ, ਅਕਾਲ ਪੁਰਖ ਦੇ ਗੀਤ ਗਾਉਣੇ ਨੇ। ਹੁਣ ਗਾਉਣੇ ਸੀ ਗੀਤ, ਗਾ ਨਾ ਸਕੇ। ਦੇਖੋ ਜਪਣਾ ਵੀ ਤਿੰਨ ਤਰ੍ਹਾਂ ਦਾ ਹੁੰਦਾ ਹੈ। ਪਹਿਲਾ ਹੈ ਵਾਚਕ, ਜੋ ਸਪਸ਼ਟ ਹੈ, ਅੱਖਰ ਤੁਸੀਂ ਬੋਲਦੇ ਹੋ, ਤੁਹਾਨੂੰ ਦੂਸਰਾ ਵੀ ਸੁਣ ਲੈਂਦਾ ਹੈ, ਸਰੋਤਾ ਅਰਥ ਕਰ ਲੈਂਦਾ ਹੈ। ਦੂਸਰਾ ਹੈ ਉਪਾਂਸ਼। ਉਪਾਂਸ਼ ਦਾ ਭਾਵ ਹੈ ਜੋ ਹੋਠਾਂ ਦੇ ਅੰਦਰ ਧੀਮੀ ਆਵਾਜ਼ ਹੈ, ਪਤਾ ਲੱਗਦਾ ਹੈ ਵੀ ਕੁਝ ਬੋਲ ਰਿਹਾ, ਅਗਲੇ ਨੂੰ ਸੁਣਦਾ ਨਹੀਂ ਹੈ। ਤੀਸਰਾ ਜਿਹੜਾ ਹੈ ਉਹ ਮਾਨਸ ਹੈ, ਮਨ ਦਾ ਚਿੰਤਨ, ਜ਼ੁਬਾਨ ਨਹੀਂ ਚੱਲ ਰਹੀ, ਅੰਦਰ ਚੱਲ ਰਿਹਾ ਹੈ ਜਾਪ। ਸੋ ਅਸੀਂ ਕਿਸੇ ਪ੍ਰਕਾਰ ਦੇ ਨਾਲ ਵੀ ਜਪਿਆ ਨਹੀਂ। ਇਹ ਜਪਣ ਲਈ ਰਸਨਾ ਮਿਲੀ ਸੀ। ਜੇ ਨਹੀਂ ਜਪਿਆ ਤੇ ਕਹਿੰਦੇ ਇਹ ਵਿਅਰਥ ਹੈ, ਇਹਨੂੰ ਕੱਟ ਦਿਓ, ਇਹਦੇ ਟੋਟੇ ਇੰਨੇ ਕਰੋ ਜਿਨ੍ਹਾਂ ਦੀ ਗਿਣਤੀ ਨਾ ਹੋਵੇ। ਤਿਲ ਵਰਗੇ ਛੋਟੇ ਛੋਟੇ ਟੋਟੇ ਕਰ ਦਿਓ, ਇਹ ਕਿਸੇ ਕੰਮ ਨਹੀਂ। ਤਿਲ ਵੇਖਿਆ ਹੀ ਹੈ ਨਾ, ਤਿਲਾਂ ਦਾ ਤੇਲ ਕੱਢਦੇ ਨੇ, ਛੋਟਾ ਜਿਹਾ ਇੱਕ ਬੀਜ ਹੈ। ਰਸਨਾ ਜਪੀਐ ਏਕ ਨਾਮ, ਈਹਾ ਸੁਖ ਆਨੰਦ ਘਨਾ ਆਗੈ ਜੀ ਕੈ ਸੰਗ ਕਾਮ। ਜਿਹੜੇ ਨਾਮ ਜਪਦੇ ਨੇ ਇੱਥੇ ਵੀ ਸੁਖ ਪਾਉਂਦੇ ਨੇ ਤੇ ਪਰਲੋਕ ਦੇ ਵਿੱਚ ਵੀ ਉਹ ਸੁਖ ਪਾਉਂਦੇ ਨੇ। ਸੋ ਅਸੀਂ ਨਾਮ ਹੀ ਨਾ ਜਪਿਆ। ਮਹਾਰਾਜ ਤੇ ਕਹਿੰਦੇ ਨੇ ਸਾਸ ਗਿਰਾਸ ਜਪੋ ਜਪ ਰਸਨਾ ਨੀਤ, ਨੀਤ ਗੁਣ ਗਾਈਐ ਜਾਂ ਕੈ ਸਿਮਰਨ ਜਮ ਤੇ ਛੂਟੀਐ ਹਲਤ ਪਲਤ ਸੁਖ ਪਾਈਐ। ਆਪਾਂ ਦੇ ਅੱਧਾ ਘੰਟਾ ਨਿਤਨੇਮ ਕਰਨ ਨੂੰ ਤਿਆਰ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਕਹਿੰਦੇ 8 ਪਹਿਰ ਜਪਣਾ ਪੈਣਾ ਹੈ ਜੇ ਮੁਕਤੀ ਚਾਹੀਦੀ ਹੈ ਤੇ। ਦਿਨ ਰਾਤ ਜਪਿਆ ਕਰ, ਹਲਤ ਵੀ ਸਹੁਰੇਗਾ, ਪਲਤ ਵੀ ਸਹੁਰੇਗਾ, ਲੋਕ ਵੀ ਸੁਹੇਲਾ, ਪਰਲੋਕ ਵੀ ਸੁਹੇਲਾ। ਮੈਡੀਟੇਟਿੰਗ ਇਨ ਰਿਮੈਂਬਰੈਂਸ ਆਫ ਹਿਮ, ਖੁਦਾ ਨੂੰ ਯਾਦ ਕੀਤਿਆਂ। ਕਹਿੰਦੇ ਯੂ ਵਿਲ escape from the messenger of death, ਮੌਤ ਤੋਂ ਵੀ ਬਚੇਗਾ, ਲੋਕ ਸਵਾਰਿਆ ਗਿਆ। ਐਂਡ ਯੂ ਵਿਲ obtain peace hereafter, ਪਰਲੋਕ ਵੀ ਤੇਰਾ ਸੌਰ ਗਿਆ, ਨਰਕਾਂ ਵਿੱਚ ਨਹੀਂ ਜਾਵੇਂਗਾ। ਮਿਥਿਆ ਰਸਨਾ ਭੋਜਨ ਅਨਸਾਦ, ਜੇ ਸਵਾਦ ਵਿੱਚ ਹੀ ਡੁੱਬੀ ਰਹੀ, ਚੁਗਲੀ ਨਿੰਦਾ 'ਚ ਹੀ ਲੱਗੀ ਰਹੀ, ਕਹਿੰਦੇ ਮਿਥਿਆ ਹੈ, ਵਿਅਰਥ ਹੈ। ਅੰਮ੍ਰਿਤ ਰਸਨਾ ਪੀਓ ਪਿਆਰੀ, ਇਹ ਰਸ ਰਾਤੀ ਹੋਏ ਤ੍ਰਿਪਤਾਰੀ। 8 ਪਹਿਰ ਜਿਹਵੇ ਆਰਾਧ, ਪਾਰ ਬ੍ਰਹਮ ਠਾਕੁਰ ਆਗਾਦ। ਈਹਾ ਊਹਾ ਸਦਾ ਸੁਹੇਲੀ, ਹਰ ਗੁਣ ਗਾਵਤ ਰਸਨ ਅਮੋਲੀ। ਅਕਾਲ ਪੁਰਖ ਦੇ ਗੀਤ ਗਾਵੇਂਗੀ ਰਸਨਾ, ਲੋਕ ਸਹੁਰੇਗਾ, ਪਰਲੋਕ ਸਹੁਰੇਗਾ ਤੇ ਤੇਰੀ ਸ਼ੋਭਾ ਬੜੀ ਹੋਵੇਗੀ। ਦੁਨੀਆ ਸੰਤਾਂ ਦੀ ਕਿੰਨੀ ਸ਼ੋਭਾ ਹੁੰਦੀ ਹੈ ਜਿਹੜੇ ਗੀਤ ਗਾਉਂਦੇ ਨੇ ਉਹਦੇ। ਸੋ ਮਹਾਰਾਜ ਪਾਤਸ਼ਾਹ ਕਹਿੰਦੇ ਹੈ ਸੰਤਾਂ ਦੇ ਦਰਸ਼ਨ ਕਰ, ਕੰਨਾਂ ਨਾਲ ਬੋਲ ਸੁਣ, ਰਸਨਾ ਨਾਲ ਉਹਨਾਂ ਦੇ ਸੁਣੇ ਬੋਲ। ਜੋ ਰੱਬ ਦੇ ਗੀਤ ਨੇ ਉਹ ਗਾ ਤੇ ਅਕਾਲ ਪੁਰਖ ਤੈਨੂੰ ਮਿਲੇ। ਗੀਤ ਗਾਵੇਂਗਾ, ਅਕਾਲ ਪੁਰਖ ਨੂੰ ਆਵਾਜ਼ ਦੇਵੇਂਗਾ ਤੇ ਦਰਸ਼ਨ ਦੇਵੇਗਾ। ਤੂੰ ਤੇ ਆਵਾਜ਼ ਨਹੀਂ ਦਿੰਦਾ, ਤੂੰ ਤੇ ਗੀਤ ਨਹੀਂ ਗਾਉਂਦਾ, ਉਹ ਦਰਵਾਜ਼ਾ ਕਿਵੇਂ ਖੋਲੇ, ਦਿਦਾਰੇ ਕਿਵੇਂ ਦਵੇ। ਸੋ ਮਹਾਰਾਜ ਕਹਿੰਦੇ ਜੇ ਨਹੀਂ ਜਪਦੀ ਰੇ ਜਿਹਬਾ ਕਰੂੰ ਸਤਖੰਡ, ਜਾਮ ਨਾ ਉਚਰਸ ਸਿਰੀ ਗੋਬਿੰਦ। 100 ਟੁਕੜੇ ਕਰ ਦੇਵਾਂ ਤੇਰੇ, ਤੂੰ ਜਪਦੀ ਨਹੀਂ ਹੈ। ਇਸ ਵਜੂਦ ਨਾਲ ਲੱਗੀ ਹੈ ਰੱਬ ਦੇ ਗੀਤ ਗਾਵੇਂ, ਮੁਕਤੀ ਹਾਸਲ ਕਰੇ, ਉਹ ਤੂੰ ਕਰਦੀ ਨਹੀਂ। ਸੋ ਵਿਅਰਥ ਹੈ। ਅਖੀਰਲੀ ਪੰਕਤੀ ਵਿੱਚ ਪਾਤਸ਼ਾਹ ਕਹਿੰਦੇ ਨੇ ਦੀਨ ਦੁਨੀਆ ਦੇ ਮਾਲਕ ਆਖਣ ਲੱਗੇ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋਂ ਦਿਨ ਘਟੀਐ। ਜਦੋਂ ਸਾਧੂਆਂ ਦੇ ਦਰਸ਼ਨ ਨਾ ਕੀਤੇ, ਬੋਲ ਨਾ ਸੁਣੇ, ਗੀਤ ਨਾ ਗਾਏ, ਅਕਾਲ ਪੁਰਖ ਦੂਰ ਰਿਹਾ, ਅਕਾਲ ਪੁਰਖ ਵਿਸਰਿਆ ਰਿਹਾ। ਸਾਡੇ ਪਾਸ ਉਹ ਮੌਜੂਦ ਸੀ, ਜੋਤ ਬਣ ਕੇ ਸਮਾਇਆ ਸੀ, ਅਸੀਂ ਪ੍ਰਗਟ ਨਾ ਕਰ ਸਕੇ ਕਿਉਂਕਿ ਆਵਾਜ਼ ਨਹੀਂ ਦਿੱਤੀ। ਵਿਸਰਨ, ਯਾਦ ਤੋਂ ਭੁੱਲ ਗਿਆ ਉਹ। ਗੋਬਿੰਦ, ਗੋ ਧਰਤੀ, ਬਿੰਦ ਇਹਦਾ ਜੋ ਮਾਲਕ ਹੈ। ਗੋ ਬਾਣੀ ਨੂੰ ਵੀ ਕਹਿੰਦੇ ਨੇ ਬਿੰਦ, ਜੋ ਜਾਣਿਆ ਜਾਵੇ, ਬਾਣੀ ਰਾਹੀਂ ਜਾਣਿਆ ਜਾਵੇ। ਐਸਾ ਉਹ ਜਿਹੜਾ ਪਰਮੇਸ਼ਵਰ ਵਾਹਿਗੁਰੂ ਪਰਮਾਤਮਾ ਸੀ। ਰਾਏ ਤੋਂ ਭਾਵ ਹੈ ਰਾਜਾ, ਸਭ ਤੋਂ ਅਮੀਰ, ਸਭ ਤੋਂ ਵੱਡਾ ਰਾਜਾ ਹੈ ਜਿਹੜਾ। ਜਦੋਂ ਉਹ ਵਿਸਰ ਜਾਵੇ, ਜੇ ਮਿਲ ਜਾਵੇ ਤੇ ਵਾਧਾ ਹੀ ਵਾਧਾ ਹੈ, ਮੁਕਤੀ ਮਿਲਦੀ ਹੈ, ਦੁੱਖ ਮਿਟਦੇ ਨੇ, ਸੁੱਖ ਮਿਲਦੇ ਨੇ। ਜੇ ਨਾ ਮਿਲੇ ਤੇ ਕਹਿੰਦੇ ਘਾਟਾ ਹੀ ਘਾਟਾ ਹੈ। ਦਿਨੋਂ ਦਿਨ ਘਟਦੇ ਹੀ ਜਾਓਗੇ, ਮਿਟਦੇ ਹੀ ਜਾਓਗੇ, ਜੀਵਨ ਵਿੱਚ ਕਮੀ ਹੀ ਆਵੇਗੀ, ਟੋਟਾ ਹੀ ਆਵੇਗਾ। ਲਾਹਾ ਇਹ ਹੈ ਅਕਾਲ ਪੁਰਖ ਦੇ ਗੀਤ ਗਾਲਾ ਹੈ,
ना गाए गए मिट जावेगा। जिवें गज़ल विच भाई नंद लाल ने कह दिता, गैर हमदे हक ने आयद बर ज़ुबानम हेच गाहा, हासिले ई उम्र रा आखिरे दिले गोया गिरफ्त। कहंदे मैं भाई नंद लाल जीवन का लाहा पा लिया, क्योंकि मैं प्रभु की उस्तत तो बिना जुबान नूं होर कारे लाया ही नहीं है। ते जिसने उहदे गीत नहीं गाए, दुख रोग सोग बिसरै जब नाम, सदा आनंद जां हर गुण गाम। जिन्हां नाम विसार दिता उहदे जीवन च दुख भी है, डिप्रैशन भी है, रोग भी है, सोग भी है। ते जिन्हें नाम नूं धियालिया ਉਹਦੇ ਜੀਵਨ ਵਿੱਚ ਘਾਟਾ ਨਹੀਂ ਰਹੇਗਾ। ਸਦਾ ਆਨੰਦ ਜਾਂ ਹਰ ਗੁਣ ਗਾਮ, ਉਹ ਆਨੰਦ ਵਿੱਚ ਰਹੇਗਾ। ਉਹਦੇ ਦੁੱਖ ਮਿਟ ਜਾਣਗੇ, ਰੋਗ ਮਿਟ ਜਾਣਗੇ, ਚਿੰਤਾਵਾਂ ਮਿਟ ਜਾਣਗੀਆਂ। ਸੋ ਫੁਨਹੇ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ, ਅਕਾਲ ਪੁਰਖ ਨੂੰ ਯਾਦ ਰੱਖੋ, ਵਾਧਾ ਹੀ ਵਾਧਾ ਹੈ, ਵਡਿਆਈ ਹੈ। ਦੌਲਤਾਂ ਸ਼ੋਹਰਤਾਂ ਰਿੱਧੀਆਂ ਸਿੱਧੀਆਂ ਮਿਲਣਗੀਆਂ, ਭੁੱਲ ਜਾਓਗੇ ਤੇ ਘਟਦੇ ਘਟਦੇ ਮਿਟ ਜਾਓਗੇ। ਅਕਾਲ ਪੁਰਖ ਨਹੀਂ ਘਟੇਗਾ, ਤੁਹਾਡੇ ਘਟਿਆਂ ਤੁਹਾਡੇ ਵਾਧੇ ਵਿੱਚ ਉਹ ਨਹੀਂ ਵਧੇਗਾ, ਪਰ ਉਸ ਨੂੰ ਯਾਦ ਰੱਖੋਗੇ ਤੇ ਤੁਸੀਂ ਵਾਧੇ ਜਾਓਗੇ। ਸੋ ਅਕਾਲ ਪੁਰਖ ਨਾਲ ਜੁੜੋ, ਕਹਿੰਦੇ ਉਹਦੇ ਗੀਤ ਗਾਓ, ਜੀਵਨ ਸਫਲਾ ਹੋਵੇ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।